सो तू जाने तिना भी तेरी सार। नानक भगता भुगसलान सच नाम धार। सदा आनंद रह दिना ते गुणवंत पशर महला पहला। मिट्टी मुसलमान की पेड़ा पई कुमियार। जल जल रोवे बापड़ी चढ़ चढ़ ग्यार। नानक जिन करते कारण किया सो जाने करतार पौड़ी। बिन सतगुर किने ना पायो सतगुर किने न पाया। सतगुर जी आप रखियो न कर प्रगट आँख सुना सतगुर मिल सदा मुक्त। मोह चुकाया तुम्हें विचार। सच्चे सोच चलाया। दाता पाया दाता पाया। वाहिगुरु 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 वाहिगुरु। पौड़ी बिन सतगुरु किने न पायो। बिन सतगुरु किने न पाया। सतगुरु विचा परखन कर प्रगटिया सुनाया। सतगुरु मिले सदा मुक्त है जिन विचों मोह चुकाया। तुम्हें विचार है जिन सच्ची समझ लाया। जग जीवन दाता पाया बोलो सतनाम वाहिगुरु जी। जी काल जुग ततिया बाबा ठंडा तेरा नाम वाहिगुरु। काल जुग ततिया बाबा ठंडा तेरा नाम वाहिगुरु। काल जुग ततिया ठंडा तेरा नाम वाहिगुरु। काल जुग ततिया ठंडा तेरा नाम वाहिगुरु। ठंडा तेरा नाम वाहिगुरु। काल जुग ततिया ठंडा तेरा नाम वाहिगुरु। काल जुग ततिया बाला जी हवा बाला ठंडा तेरा नाम वाहिगुरु। काल जुग ततिया ठंडा तेरा नाम वाहिगुरु। काल जुग ततिया ठंडा तेरा नाम वाहिगुरु। काल जुग ततिया ठंडा तेरा नाम वाहिगुरु। ठंडा तेरा नाम वाहिगुरु। काल जुग ततिया ठंडा तेरा नाम वाहिगुरु। काल ताती ठंडा ना हो सिमर सिमर सदा रख पाओ। परम सत्कारयोग गुरां की सज्जी नवाजी साध संगत जी। ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਜੁੜਨ ਵਾਸਤੇ ਜੋ ਅੱਜ ਕਲਯੁਗ ਦਾ ਭਿਆਨਕ ਸਮਾਂ ਚੱਲ ਰਿਹਾ ਹੈ। ਕਲ ਤਾਤੀ ਠੰਡਾ ਹਰਨਾਓ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਹੈ। कल ताती कलयुग तत्ता है ते ठंडा परमात्मा का नाम है। किते अग लगी होवे अग उन्होंने बुझाउण वास्ते पानी की लोड़ पैंदी है। महाराज जी कहन लगे कलयुग के भयानक समय विच शरीर रूपी मन रूपी
ਤ੍ਰਿਸ਼ਨਾ ਰੂਪੀ, ਈਰਖਾ ਰੂਪੀ, ਦਵੈਤ ਰੂਪੀ ਅੱਗ ਲੱਗੀ ਹੋਈ ਹੈ ਇਸ ਮਨ ਨੂੰ। ਉਹ ਤੋਂ ਬਚਣ ਵਾਸਤੇ, ਉਹ ਤੋਂ ਸ਼ਾਂਤ ਹੋਣ ਵਾਸਤੇ ਇੱਕੋ ਇੱਕ ਪਰਮਾਤਮਾ ਦਾ ਨਾਮ ਹੀ ਹੈ। ਜਿੰਨਾ ਕੁ ਜਪਿਆ ਜਾਵੇ ਉਨਾ ਹੀ ਥੋੜ੍ਹਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿੰਦੇ ਕਲਯੁਗ ਦੇ ਸਮੇਂ ਵਿੱਚ ਇੱਕੋ ਇੱਕ ਪਰਮਾਤਮਾ ਦਾ ਹੀ ਨਾਮ ਹੈ। ਜਿਹੜਾ ਇਹਦੇ ਨਾਲ ਜੁੜਦਾ ਹੈ ਉਹਨੂੰ ਆਨੰਦ ਹੀ ਆਨੰਦ ਪ੍ਰਾਪਤ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਨਹੀਂ ਤਾਂ ਅੱਜ ਦੇ ਸਮੇਂ ਵਿੱਚ ਭਾਵੇਂ ਕੋਈ ਗਰੀਬ ਹੈ, ਭਾਵੇਂ ਅਮੀਰ ਹੈ, ਤਕੜਾ ਹੈ, ਮਾੜਾ ਹੈ, ਚੰਗਾ ਹੈ, ਮਾੜਾ ਹੈ, ਸਾਰੇ ਕਲਯੁਗ ਦੇ ਭਿਆਨਕ ਇਸ ਅਗਨੀ ਦੇ ਵਿੱਚ ਗੋਤੇ ਲਾਉਂਦੇ ਫਿਰਦੇ ਨੇ, ਡੁੱਬਦੇ ਫਿਰਦੇ ਨੇ। ਕਹਿਣ ਤੋਂ ਭਾਵ ਇੱਕ ਦੂਸਰੇ ਦੀ ਈਰਖਾ ਕਰਕੇ, ਇੱਕ ਦੂਸਰੇ ਦੇ ਚੰਗੇ ਗੁਣ ਵੇਖ ਕੇ, ਸ਼ੁਭ ਗੁਣ ਦੇਖ ਕੇ, ਚੰਗੀ ਵਸਤੂ ਦੇਖ ਕੇ ਮਨੁੱਖ ਅੰਦਰ ਈਰਖਾਵਾਦੀ ਹੈ, ਈਰਖਾ ਕਰੀ ਜਾਂਦਾ ਹੈ। ਇਸ ਕਰਕੇ ਆਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਨ ਵਾਸਤੇ, ਜਿਹੜੇ ਭੁੱਜਦੇ ਲੋਕ ਸੀ ਉਹਨਾਂ ਨੂੰ ਠੰਡੇ ਰਸਤੇ ਪਾਉਣ ਵਾਸਤੇ, ਉਹਨਾਂ ਨੂੰ ਕਲਯੁਗ ਦੇ ਉਹਨਾਂ ਚੱਕਰਾਂ ਵਿੱਚੋਂ ਕੱਢਣ ਵਾਸਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲੇ ਤੇ ਮਰਦਾਨੇ ਨੂੰ ਲੈ ਕੇ ਤੁਰੇ। ਕਿੱਥੇ? ਜਿੱਥੇ ਅੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਬਣਿਆ ਹੋਇਆ, ਉੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਪਹੁੰਚੇ, ਦੇਖਿਆ ਇੱਕ ਬੜਾ ਧਨਾੜ ਅਮੀਰ, ਬੜਾ ਸੇਠ ਹੈ ਜਿਹਦੇ ਕੋਲ 4 ਦਮੜੇ ਨੇ। ਉਹਦੇ ਘਰ ਦੇ ਵਿੱਚ ਤਾਤਾ ਜੁੜਿਆ ਹੋਇਆ, ਵਿਦਵਾਨ ਵੱਡੇ ਵੱਡੇ ਆਏ ਹੋਏ ਨੇ, ਵਿਦਿਆ ਦੇ ਗਿਆਤਾ ਆਏ ਹੋਏ ਨੇ, ਵੇਦ ਪਾਠ, ਵੇਦਾਂ ਦਾ ਪਾਠ ਹੋ ਰਿਹਾ ਹੈ, ਪੁਰਾਣਾਂ ਦਾ ਪਾਠ ਹੋ ਰਿਹਾ ਹੈ। ਇੱਕ ਪਾਸੇ ਲੰਗਰ ਤਿਆਰ ਹੋ ਰਹੇ ਨੇ, ਇੱਕ ਪਾਸੇ ਸਾਹੂਕਾਰ ਉਹਨਾਂ ਕੋਲ ਗੇੜਾ ਕੱਢਦਾ ਹੈ। ਜਿੱਥੇ ਲੰਗਰ ਬਣਾਉਣ ਵਾਲੇ ਆ ਕਿਤੇ ਉੱਥੇ ਗੇੜਾ ਕੱਢਦਾ, ਜਿੱਥੇ ਖੀਰ ਬਣਦੀ ਹੈ, ਪੂਰੀਆਂ ਬਣਦੀਆਂ, ਪ੍ਰਸ਼ਾਦ ਬਣਦਾ ਹੈ। ਕਿਤੇ ਜਿੱਥੇ ਵਿਦਵਾਨ ਬੈਠੇ ਪਾਠ ਕਰ ਰਹੇ ਨੇ, ਵੇਦਾਂ ਦਾ ਕਥਾ ਕਰ ਰਹੇ ਨੇ, ਉਹਨਾਂ ਕੋਲ ਜਾਂਦੇ ਨੇ। ਕਿਤੇ ਆਪਣੇ ਮਕਾਨ ਵਿੱਚ ਗੇੜਾ ਕੱਢਦਾ, ਦੇਖਦਾ ਮੇਰਾ ਧੌਲੜ ਬੜਾ ਵੱਡਾ, ਮਕਾਨ ਬੜਾ ਵੱਡਾ ਹੈ। ਇਹਨਾਂ ਚੀਜ਼ਾਂ ਦੇ ਨਾਲ ਜੁੜਿਆ ਫਿਰਦਾ ਹੈ ਅਹੰਕਾਰ ਦੇ ਵਿੱਚ। ਜਿਹੜਾ ਵੀ ਆਉਂਦਾ ਹੈ, ਵਿਦਵਾਨ ਆਉਂਦਾ, ਉਹਦੀ ਬਾਂਹ ਫੜ ਕੇ ਆਪਣੇ ਘਰ ਦੇ ਵਿੱਚ ਲਿਜਾਂਦਾ, ਪਹਿਲਾਂ ਚੱਲ ਮੇਰੇ ਘਰ ਦੇਖ ਕੇ ਅੰਦਰ। ਗੇੜਾ ਕਢਾ ਕੇ ਇੱਕ ਪਾਸੇ ਦੀ ਇੱਧਰ ਦੀ ਵੜ ਜਾਂਦੇ, ਅਗਲੇ ਪਾਸੇ ਦੀ ਨਿਕਲੇ ਆਉਂਦੇ ਨੇ। ਜਦੋਂ ਅੰਦਰ ਦਿਖਾ ਕੇ ਫਿਰ ਬਾਹਰਲੇ ਪਾਸੇ ਉਹਨਾਂ ਦੀ ਪੰਗਤ ਲਾ ਦਿੰਦਾ, ਭੋਜਨ ਛਕਾਉਂਦਾ ਉਹਨਾਂ ਨੂੰ। ਵਿਦਵਾਨ ਪੰਡਤ ਸਾਰੇ ਸੱਦੇ ਹੋਏ ਨੇ, ਗਿਆਤਾ ਨੇ। ਉਹ ਕਹਿ ਰਹੇ ਨੇ ਤੇਰੇ ਪਿਤਾ ਦਾ ਜਿਹੜਾ ਸਰਾਧ ਚੱਲਦਾ ਹੈ, ਸਰਾਧਾਂ ਦੇ ਦਿਨ ਨੇ ਨਾ, ਤੇਰੇ ਪਿਤਾ ਨੂੰ ਭੋਜਨ ਛਕਾਉਣ ਵਾਸਤੇ ਇਹ ਜਿਹੜਾ ਵੇਦ ਮੰਤਰਾਂ ਦਾ ਜਾਪ ਕਰਨਾ, ਹਮਨ ਜਗ ਕਰਨੇ, ਇਹ ਤੇਰੇ ਪਿਤਾ ਨੂੰ ਸਹਾਈ ਹੁੰਦਾ ਹੈ। ਹੁੰਦਾ ਵੀ ਐਸੀ ਗੱਲ ਨਹੀਂ ਹੈ, ਸ਼ੰਕਾ ਵੀ ਨਹੀਂ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਨੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਨਾ ਮਾਤਾ, ਨਾ ਪਿਤਾ, ਨਾ ਭੈਣ, ਨਾ ਭਰਾ, ਨਾ ਸੁਤ ਮੀਤ, ਬੰਤਾ ਘਰ ਵਾਲੀ ਇਸਤਰੀ। ਫਿਰ ਮਹਾਰਾਜ ਜੀ ਨੂੰ ਪੁੱਛੋ ਫਿਰ ਉੱਥੇ ਸਹਾਈ ਕੌਣ ਹੁੰਦਾ ਹੈ? ਕਹਿੰਦੇ ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਉੱਥੇ ਪ੍ਰਮਾਤਮਾ ਦੇ ਨਾਮ ਨਹੀਂ, ਜਿਹੜੀ ਹੈ ਨਾ ਉਹ ਕਿਰਪਾ ਕਰਨੀ ਹੈ। ਕਹਿੰਦੇ ਉੱਥੇ
ਜਦੋਂ ਮਨੁੱਖ ਜਾਂਦਾ ਗੁਰਬਾਣੀ ਵਿੱਚ ਮਹਾਰਾਜ ਦਾ ਇਹ ਫੈਸਲਾ ਹੈ, ਕਰਮ ਧਰਮ ਪਖੰਡ ਜੋ ਦੀਸੈ। ਮਨੁੱਖ ਦੀ ਆਤਮਾ ਨੂੰ ਲੈ ਕੇ ਜਾਂਦੇ ਨੇ ਜਿਸ ਵਕਤ, ਗਰੜ ਪੁਰਾਣ ਵਾਲਾ ਲਿਖਦਾ, ਕਹਿੰਦਾ 6 ਮਹੀਨਿਆਂ ਦਾ ਸਮਾਂ ਲੱਗ ਜਾਂਦਾ, 6 ਮਹੀਨਿਆਂ ਦਾ। ਰਸਤੇ ਵਿੱਚ ਜਦੋਂ ਇਹਦੀ ਆਤਮਾ ਨੂੰ ਲੈ ਕੇ ਜਾਂਦੇ ਨੇ, ਕਹਿੰਦੇ ਉਹ ਆਤਮਾ ਨੂੰ ਫਿਰ ਦੁੱਖ ਹੁੰਦਾ ਹੈ। ਕਿੱਥੇ? ਇੱਕ ਇਹ ਜੀ ਬਿਤਰਨੀ ਨਦੀ ਹੈ, ਜਿਹਨੂੰ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੀ ਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਭੋ, ਬਿਖਮ ਨਦੀ ਜਾਹੇ ਤਰਨੀ। ਕਹਿੰਦੇ ਵੀ ਕੋਈ ਭਿਆਨਕ ਨਦੀ ਹੈ ਜਿਹੜੀ ਖੂਨ ਦੀ ਪੀਕ ਦੀ ਭਰੀ ਹੋਈ ਹੈ, ਉਸ ਦੇ ਵਿੱਚ ਦੀ ਇਸ ਮਨੁੱਖ ਨੂੰ ਲਿਜਾਇਆ ਜਾਂਦਾ ਹੈ। ਗਰੜ ਪੁਰਾਣ ਦਾ ਲੇਖ ਹੈ, ਪ੍ਰਮਾਣ ਗੁਰਬਾਣੀ ਦਾ ਹੈ ਨਾਲ। ਕਹਿੰਦੇ ਫਿਰ ਉੱਥੇ ਇਹ ਜਦੋਂ ਮਨੁੱਖ ਦੀ ਆਤਮਾ ਰੋਂਦੀ ਹੈ, ਫਿਰ ਪੁੱਛਿਆ ਜਾਂਦਾ ਹੈ ਵੀ ਤੈਂ ਕੋਈ ਪੁੰਨਦਾਨ ਕੀਤਾ? ਜੇ ਤੈਨੂੰ ਦੁੱਖ ਲੱਗਦਾ ਦੱਸ, ਕੋਈ ਪੁੰਨਦਾਨ ਕੀਤਾ? ਕਹਿੰਦੇ ਫਿਰ ਉਹ ਮਨੁੱਖ ਸੋਚਦਾ, ਹਾਂ ਕੀਤਾ ਤਾਂ ਹੈ। ਕੀ ਪੁੰਨਦਾਨ ਕੀਤਾ? ਕਹਿੰਦੇ ਮੈਂ ਇੱਕ ਗਊ ਦਾਨ ਕੀਤੀ ਸੀ, ਗਊ। ਕਹਿੰਦੇ ਫਿਰ ਉਹ ਕਹਿੰਦੇ ਨੇ ਵੀ ਇੰਨਾ ਕਿ ਤੈਨੂੰ ਸੁੱਖ ਦੇ ਦਿੰਨੇ ਆ, ਜਿਹੜਾ ਪੁੰਨ ਕੀਤਾ ਉਹ ਸਾਨੂੰ ਦੇ ਦੇ। ਕਹਿੰਦੇ ਉਹ ਮਨੁੱਖ ਕਹਿੰਦਾ ਫਿਰ ਠੀਕ ਹੈ, ਚਲੋ ਇਹ ਪੁੰਨ ਜਿਹੜਾ ਮੈਂ ਤੁਹਾਨੂੰ ਦਿੱਤਾ। ਕਹਿੰਦੇ ਉਹ ਗਊ ਲਿਆਉਂਦੇ ਨੇ, ਗਊ ਦੀ ਪੂਛ ਫੜ ਕੇ ਫਿਰ ਉਹ ਜਿਹੜੀ ਬਿਤਰਨੀ ਨਦੀ ਹੈ ਨਾ, ਬਿਤਰਨੀ ਨਦੀ, ਉਹਨੂੰ ਪਾਰ ਕਰ ਦਿੰਦੇ ਨੇ। ਅੱਗੇ ਤਾਂਬੇ ਦੀ ਧਰਤੀ ਹੈ, ਤਾਂਬੇ ਦੀ, ਸੂਰਜ ਦੀ ਤਪਸਨਾ ਚਮਕਦੀ ਹੈ। ਜਦੋਂ ਉੱਥੇ ਪੈਰ ਮੱਚਦੇ ਨੇ, ਫਿਰ ਮਨੁੱਖ ਬੜਾ, ਜੀਵ ਆਤਮਾ ਬੜੀ ਰੋਂਦੀ ਹੈ, ਹਾਏ ਮੈਨੂੰ ਬੜੀ ਤਕਲੀਫ ਹੁੰਦੀ ਹੈ। ਅੱਛਾ, ਜੇ ਤੈਨੂੰ ਤਕਲੀਫ ਹੁੰਦੀ ਹੈ ਦੱਸਦਾ ਕੋਈ ਪੁੰਨਦਾਨ ਕੀਤਾ? ਹਾਂ, ਮੈਂ ਮਾਤਲੋਕ ਦੀ ਧਰਤੀ ਵਿੱਚ ਕਿਸੇ ਗਰੀਬ ਨੂੰ, ਅਤਿਥੀ ਨੂੰ ਜੋੜੇ ਦਾਨ ਕੀਤੇ ਸੀ। ਚੰਗਾ, ਫਿਰ ਉਹਦਾ ਫਲ ਸਾਨੂੰ ਦੇ ਦੇ, ਤੈਨੂੰ ਅੱਗੇ ਲੰਘਾ ਦਿੰਨੇ ਆ। ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜਮ ਜਗਾਤੀ ਲੁੱਟੈ। ਜਮ ਜਗਾਤ ਲਾ ਕੇ ਲੁੱਟ ਲੈਂਦੇ ਨੇ। ਅੱਗੇ ਕਹਿੰਦੇ ਪਾਣੀ ਦੀ ਪਿਆਸ ਲੱਗੀ ਇਸ ਮਨੁੱਖ ਨੂੰ, ਆਤਮਾ ਨੂੰ ਪਾਣੀ ਦੀ ਪਿਆਸ ਲੱਗੀ। ਜਦੋਂ ਉਹਨੇ ਕਿਹਾ ਮੈਨੂੰ ਹਾਏ ਪਿਆਸ ਬਹੁਤ ਲੱਗੀ ਹੈ, ਕਹਿੰਦੇ ਦੱਸ ਕਿਤੇ ਪੌ ਲਾਇਆ ਤੈਂ, ਕਿਸੇ ਗਰੀਬ ਅਤਿਥੀ ਨੂੰ ਪਾਣੀ ਪਿਆਇਆ? ਫਿਰ ਯਾਦ ਕਰਕੇ ਸੋਚਦਾ, ਹਾਂ ਮੈਂ ਪਾਣੀ ਪਿਆਇਆ ਸੀ। ਚੰਗਾ, ਫਿਰ ਉਹ ਫਲ ਜਿਹੜਾ ਪੁੰਨ ਸਾਨੂੰ ਦੇ ਦੇ, ਤੈਨੂੰ ਪਾਣੀ ਪਿਆ ਦਿੰਨੇ ਆ। ਇਹ ਪੁੰਨਦਾਨ, ਜਿਹੜੇ ਪੁੰਨਦਾਨ ਜੋ ਬੀਜ ਦੇ, ਸਭ ਧਰਮ ਰਾਏ ਕਹਿ ਜਾਈ। ਕਹਿੰਦੇ ਰਸਤੇ ਦਾ ਇੱਕ ਕਿਰਾਇਆ ਹੀ ਹੈ। ਜਿੰਨੇ ਵੀ ਮਨੁੱਖ ਪੁੰਨਦਾਨ ਬੀਜਦਾ ਨਾ, ਧਰਮੇ ਦੇ ਰਸਤੇ ਦੇ ਵਿੱਚ ਜੰਮ ਜਗਾਤ ਲਾ ਕੇ ਲੁੱਟ ਲੈਂਦੇ। ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਫਰਮਾਨ ਕੀਤਾ, ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ। ਫਿਰ ਕਰ ਕੀ ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਜੇ ਤੂੰ ਪਰਮਾਤਮਾ ਦੀ ਬੰਦਗੀ ਕਰੇਗਾ, ਨਿਰਵਾਣ ਤੋਂ ਭਾਵ ਵੀ ਉਹ ਪਰਮਾਤਮਾ ਦੀ ਬੰਦਗੀ ਕਰਨੀ, ਭਗਤੀ ਕਰਨੀ, ਬਈ ਫਿਰ ਤੇਰਾ ਜਿਹੜਾ ਪਾਰ ਨਿਸਤਾਰਾ ਉਹ ਹੋ ਜਾਵੇਗਾ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਉਹ ਜਿਹੜਾ ਨਾ, ਜਿਹੜਾ ਜਿਹਦਾ ਨਾਮ ਹੈ ਸੇਠ ਦੁਨੀ ਚੰਦ, ਭਾਵੇਂ ਦੁਨੀ ਚੰਦ ਇਤਿਹਾਸ ਵਿੱਚ ਕਈ ਜ਼ਿਕਰ ਆਉਂਦੇ ਨੇ। ਇੱਕ ਦੁਨੀ ਚੰਦ ਉਹ ਹੋਇਆ ਜਿਹਦੇ 7 ਲੜਕੀਆਂ ਸਨ। ਰਜਨੀ ਜਿਹਦੀ ਸਭ ਤੋਂ ਛੋਟੀ ਬੱਚੀ ਸੀ ਰਜਨੀ। ਇੱਕ ਉਹ ਸੇਠ ਦੁਨੀ ਚੰਦ ਹੋਇਆ। ਇੱਕ ਉਹ ਦੁਨੀ ਚੰਦ ਹੋਇਆ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਜਦੋਂ ਮਹਾਰਾਜ ਨੇ ਕਿਹਾ ਤੇਰਾ ਹਾਥੀ ਦੇ ਨਾਲ ਸੁਬਹ ਅੰਮ੍ਰਿਤ ਵੇਲੇ ਮੁਕਾਬਲਾ ਹੈ, ਤੇ ਰਾਤ ਨੂੰ ਕੰਧ ਟੱਪ ਕੇ ਭੱਜ ਗਿਆ। ਇੱਕ ਉਹ ਦੁਨੀ ਚੰਦ ਹੋਇਆ ਜਿਹਦੇ ਘਰ ਗੁਰੂ ਨਾਨਕ ਦੇ ਮਹਾਰਾਜ ਜੀ ਗਏ। ਉਹ ਭੋਜਨ ਛਕਾਰਿਆ ਸੀ, ਆ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਆਪਣੇ ਪਿਤਾ ਦੇ ਸਰਾਧ ਮਨਾ ਰਿਹਾ ਸੀ।
ਹੁਣ ਉੱਥੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਅੱਜ ਦੇ ਲੋਕ ਵੀ ਛਕਾਉਂਦੇ ਨੇ ਭੋਜਨ ਪਾਣੀ। ਜੀਵਤ ਪਿਤਰ ਨ ਮਾਨੈ ਕੋ ਮੂਏ ਸਰਾਧ ਕਰਾਈ। ਕਹਿਣ ਲੱਗੇ ਉਹ ਜਿਹੜਾ ਭੋਜਨ ਥੋੜ੍ਹਾ ਬਹੁਤਾ ਇਕੱਠਾ ਕਰਕੇ ਮੈਂ ਦੋ ਹੀ ਪੱਖ ਰੱਖਣਾ, ਪੱਖ ਦੋਨੋਂ ਹੀ ਰੱਖਣੇ ਚਾਹੀਦੇ ਨੇ। ਪਹਿਲਾ ਪੱਖ ਤਾਂ ਉਹ ਹੈ ਚਲੋ ਆਪਣੇ ਬਜ਼ੁਰਗਾਂ ਨੂੰ ਸਾਲ ਦੀ ਸਾਲ ਯਾਦ ਕਰਦੇ ਨੇ। ਦੂਸਰਾ ਪੱਖ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਕਿਸੇ ਮਨੁੱਖ ਨੂੰ ਪਤਾ ਵੀ ਮੇਰੇ ਮਾਪੇ ਕਿਹੜੀ ਜੂਨ ਵਿੱਚ ਪਈ ਨੇ, ਉਹ ਕਾਂ ਬਣੇ ਨੇ ਜਾਂ ਚਿੜੀਆਂ ਬਣੇ ਨੇ ਜਾਂ ਕਿਸੇ ਹੋਰ ਜਾਨਵਰ ਦੀ ਜੂਨ ਵਿੱਚ ਪਏ ਨੇ। ਜੇ ਕਾਂ ਬਣਿਆ ਤਾਂ ਫਿਰ ਦੇਖ ਲਓ ਕੀ ਉਹਦਾ ਭੋਜਨ ਕਿਹੜਾ। ਚਿੜੀਆਂ ਬਣੀਆਂ ਨੇ ਉਹਨਾਂ ਦਾ ਭੋਜਨ ਦੇਖ ਲਓ ਫਿਰ ਕੀ ਹੈ। ਕੁੱਤਾ ਬਣਿਆ ਕਊਆ ਕੂਕਰ ਖਾਹੀ, ਇਹ ਗੁਰਬਾਣੀ ਦੇ ਬੋਲ ਨੇ। ਫਿਰ ਉਹਦਾ ਭੋਜਨ ਦੇਖ ਲਓ ਕੀ ਹੈ। ਕਹਿੰਦੇ ਇਹ ਤਾਂ ਅਸੀਂ ਉਹਨਾਂ ਨੂੰ ਗਲਤ ਜੂਨ ਵਿੱਚ ਪਾ ਦਿੱਤਾ। ਜੇ ਸੇਵਾ ਕਰਨੀ ਸੀ ਤਾਂ ਜਿਉਂਦੇ ਮਾਂ ਬਾਪ ਦੀ ਕਰਦਾ, ਉਹਨਾਂ ਨੂੰ ਮੰਜੇ ਤੇ ਬਿਠਾ ਕੇ ਉਹਨਾਂ ਦੀ ਸੇਵਾ ਕਰਦਾ ਤੇ ਫਿਰ ਤੇਰੀ ਸੇਵਾ ਕੀਤੀ ਹੋਈ ਸਫਲੀ ਹੁੰਦੀ ਹੈ। ਹੁਣ ਸੇਠ ਦੁਨੀ ਚੰਦ ਆਪਣੀ ਹਉਮੈ ਨੂੰ ਪੱਠੇ ਪਾ ਰਿਹਾ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਤਾਂ ਇੱਥੋਂ ਦਾ ਹੀ ਹੈ ਜਿਹੜਾ ਕੁਝ ਹੈ। ਅੱਗੇ ਪਰਮਾਤਮਾ ਦਾ ਪਤਾ ਕੀ ਹੈ ਜੀ। ਪੱਲੇ ਬਨ ਦਰਗਾਹੀ ਖਰਚਾ ਉਰਾਹੀ ਵਟਾਂ ਦੂਰ ਦੀਆਂ। ਪੱਲੇ ਬਨ ਦਰਗਾਹੀ ਖਰਚਾ ਰਾਹੀ ਵਟਾਂ ਦੂਰ ਦੀਆਂ। ਪੱਲੇ ਬਨ ਦਰਗਾਹੀ ਖਰਚਾ ਰਾਹੀ ਬਾਟਾਂ ਦੂਰ ਦੀਆਂ। ਬਨ ਦਰਗਾਹੀ ਖਰਚਾ ਰਾਹੀ ਬਾਟਾਂ ਦੂਰ ਦੀਆਂ। ਬਨ ਦਰਗਾਹੀ ਖਰਚਾ ਰਾਹੀ ਬਾਟਾਂ ਦੂਰ ਦੀਆਂ। ਪੱਲੇ ਬਨ ਦਰਗਾਹੀ ਖਰਚਾ ਰਾਹੀ ਬਾਟਾਂ ਦੂਰ ਦੀਆਂ। ਕਹਿਣ ਲੱਗੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਣ ਵਾਸਤੇ ਤੇਰੇ ਕੋਲ ਕੋਈ ਨਾ ਕੋਈ ਪੂੰਜੀ ਪਰਮਾਤਮਾ ਦੇ ਨਾਮ ਦੀ ਹੋਣੀ ਚਾਹੀਦੀ ਹੈ। ਹੁਣ ਹਰੇਕ ਵਿਦਵਾਨ ਨੂੰ ਲੈ ਜਾਂਦਾ ਘਰ ਦੇ ਵਿੱਚ, ਪਹਿਲਾਂ ਆਪਣੀ ਹਉਮੈ ਨੂੰ ਪੱਠੇ ਪਾਉਂਦਾ, ਉਹਦੇ ਮੂੰਹ ਤੋਂ ਕਹਾਉਂਦਾ ਸੇਠ ਦੁਨੀ ਚੰਦ ਤੂੰ ਬੜਾ ਅਮੀਰ ਧਨਾੜ ਬੰਦਾ ਹੈ। ਕਿਉਂ ਕਿਤੇ ਆਹ ਕਮਰੇ 'ਚ ਇਹ ਮੇਰਾ ਬੈੱਡਰੂਮ ਹੈ, ਆਹ ਕਮਰੇ 'ਚ ਚੱਲਣਾ ਇਹ ਮੇਰਾ ਵਿਸ਼ਰਾਮ ਘਰ ਹੈ, ਆਹ ਮੇਰਾ ਭੋਜਨ ਛਕਣ ਵਾਲਾ ਹੈ, ਆਹ ਮੇਰਾ ਪੈਣ ਵਾਲਾ। ਇਸ ਤਰ੍ਹਾਂ ਕੱਲੇ ਕੱਲੇ ਸਾਰੇ ਕਮਰੇ ਦਿਖਾਉਂਦਾ ਹੈ। ਫਿਰ ਉਹਦੇ ਮੁਖ 'ਚੋਂ ਕਹਾਉਂਦਾ ਵੀ ਤੂੰ ਕਹਿ ਵੀ ਤੂੰ ਬੜਾ ਚੰਗਾ ਬੰਦਾ ਹੈ। ਬਸ ਇਹੀ ਹੁੰਦਾ ਘਰ ਵਿਖਾਉਣ ਦਾ ਭਾਵ ਵੀ ਹਾਂ ਬਸ ਆਉਣ ਵਾਲਾ ਕਹਦੇ ਵੀ ਬੜਾ ਵਧੀਆ ਘਰ ਬਣਾਇਆ ਵੀ ਇਹਨੇ, ਨੇੜੇ ਰਹਿਣਾ ਨਹੀਂ ਹੁੰਦਾ ਉਹਨੇ। ਕਈ ਫਿਰ ਆਉਂਦੇ ਨੇ ਨੁਕਸ਼ ਕੱਢ ਕੇ ਜਾਂਦੇ ਨੇ ਵੀ ਇਹ ਫਲਾਣਾ ਇੱਥੇ ਆ ਨਹੀਂ ਸੀ, ਇੱਥੇ ਆ ਨਹੀਂ ਸੀ ਚਾਹੀਦਾ। ਮੇਰੇ ਗੁਰਦੇਵ ਕਹਿੰਦੇ ਸਿਰਫ ਖੜਨਾ ਤਾਂ ਘੰਟਾ ਹੀ ਹੁੰਦਾ ਉੱਥੇ। ਪਰ ਹੁਣ ਜੇ ਕੋਈ ਨੁਕਸ਼ ਕੱਢਦਾ ਹੈ ਫਿਰ ਸੇਠ ਦੁਨੀ ਚੰਦ ਅੱਗ ਬਰੂਲਾ ਹੋ ਜਾਂਦਾ। ਜੇ ਕੋਈ ਉਹਦੇ ਵਿੱਚ ਚੰਗੀ ਗੱਲ ਕਹਿੰਦਾ ਉਹਨੂੰ ਵਧੀਆ ਭੋਜਨ ਛਕਾਉਂਦਾ, ਹਉਮੈ ਨੂੰ ਵੀ ਨਾਲ ਨਾਲ ਪੱਠੇ ਪਾਈ ਜਾਂਦਾ। ਇੱਕ ਦਿਨ ਹੋ ਗਿਆ, ਅੱਜ 2 ਦਿਨ ਹੋ ਗਏ, ਭੋਜਨ ਛਕਾਉਂਦਾ। ਭੋਜਨ ਛਕਣ ਵਾਲਿਆਂ ਤੋਂ ਮੁਖ ਦੇ ਵਿੱਚੋਂ ਵੀ ਸੁਣਦਾ ਵੀ ਇਹ ਕੀ ਕਹਿੰਦੇ ਨੇ ਜਾਂਦੇ ਹੋਏ, ਕਹਿੰਦੇ ਨੇ ਵੀ ਬੜਾ ਵਧੀਆ ਭੋਜਨ ਛਕਾਇਆ ਸੇਠ ਦੁਨੀ ਚੰਦ ਤੇ ਬੜਾ ਵਧੀਆ ਭੋਜਨ ਛਕਾਇਆ। ਇਹ ਵੀ ਨਾਲੇ ਸੁਣਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਚੀਜ਼ ਤੋਂ ਤਾਂ ਬਚਣਾ ਸੀ, ਪਾਸੇ ਹੋਣਾ ਸੀ। ਭਗਵਾਨ ਕ੍ਰਿਸ਼ਨ ਨੇ ਵੀ ਜੱਗ ਕਰਿਆ, ਸਾਰਿਆਂ ਨੂੰ ਸੇਵਾ ਲਾਤੀ ਤੇ ਆਪ ਕਿਹੜੀ ਕਰੀ? ਉਹ ਸੇਵਾ ਕਰੀ ਜਿਨ੍ਹਾਂ ਨੂੰ ਦੁਨੀਆ ਦੇ ਲੋਕ ਹੱਥ ਨਹੀਂ ਸੀ ਪਾਉਂਦੇ ਝੂਠੇ ਬਰਤਨ ਚੁੱਕਣ ਵਾਸਤੇ। ਸੇਠ ਦੁਨੀ ਚੰਦ ਨੇ ਆਪ ਸੇਵਾ ਆਰੰਭ ਦਿੱਤੀ। ਇਸ ਕਰਕੇ ਤੇ ਧੰਨ ਗੁਰੂ ਨਾਨਕ ਦੇ ਮੱਝ ਕਹਿੰਦੇ ਮਰਦਾਨਿਆਂ ਬਈ ਸੇਠ ਦੁਨੀ ਚੰਦ ਹੈ, ਤੈਨੂੰ ਮਿਲਾ ਕੇ ਲਿਆਉਣਾ ਹੈ ਉਹਨੇ, ਕਰਤਾਰਪੁਰ ਦੀ ਧਰਤੀ ਵਿੱਚ ਹੈ। ਤੇ ਉਹ ਨਾ ਭੋਜਨ ਪਾਣੀ ਕਰਦਾ, ਆਪਣੇ ਪਿਤਾ ਦੇ ਸਰਾਧ ਕਰਦਾ। ਜੀਵਤ ਪਿਤਰ ਨਾ ਮਾਨੇ ਕੋ, ਆਪਾਂ ਉਹਨੂੰ ਮਿਲ ਕੇ ਆਉਣਾ। ਭਾਈ ਮਰਦਾਨਾ ਕਹਿਣ ਲੱਗਾ ਗੁਰੂ ਨਾਨਕ ਦਾ ਮਿੱਤਰ ਹੋਊਗਾ, ਕੋਈ ਵਧੀਆ ਸਾਥੀ ਹੋਊਗਾ ਜਿਹਦੀ ਵਧੀਆ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਮਰਦਾਨਿਆਂ ਤੈਨੂੰ ਮਿਲਾ ਕੇ ਲਿਆਉਂਗਾ।
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦਿਨਾਂ ਦੇ ਵਿੱਚ ਫਿਰ ਜਿਹੜੇ ਆ ਸ਼ਰਾਧਾਂ ਦੇ ਦਿਨ ਚੱਲਦੇ ਨੇ, ਤਾਰਦੇ ਫਿਰਦੇ ਸੀ, ਇਤਿਹਾਸ ਨਾਲ ਸੰਬੰਧਿਤ ਹੈ। ਤੇ ਉਧਰ ਮਹਾਰਾਜਾ ਹਰੀ ਚੰਦ, ਉਹਦਾ ਵੀ ਇਤਿਹਾਸ ਸੰਬੰਧ ਹੈ ਇਸ ਦੇ ਨਾਲ। ਇੱਧਰ ਔਰੰਗਜ਼ੇਬ ਦਾ ਪਿਤਾ ਸ਼ਾਹਜਹਾਨ, ਉਹਦਾ ਵੀ ਇਤਿਹਾਸ ਨਾਲ ਸੰਬੰਧਿਤ ਹੈ ਇਹਨਾਂ ਦਿਨਾਂ ਦੇ ਨਾਲ ਹੀ। ਆਓ ਜਿਵੇਂ ਜਿਵੇਂ ਮਾਲਕ ਨੇ ਬੁੱਧੀ ਬਖਸ਼ੀ ਤੁਹਾਡੇ ਅੱਗੇ ਰੱਖਾਂਗੇ। ਰਾਮਕਲੀ ਮਹਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾ ਪਾਇਆ ਸਹਿਜ ਕੀਤੀ ਮਨ ਵਜੀਆਂ ਵਧਾਈਆਂ। ਰਾਗਰ ਤਨ ਪਰਿਵਾਰ ਪਰੀਆਂ ਸ਼ਬਦ ਗਾਵਣੀਆਂ। ਤੇਰਾ ਮਨ ਜਿਨੀ ਵਜਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰੇ ਅਗਾਰੋ ਨਾਲੋ ਤੁਮਨ ਮੇਰੇ ਦੁਖ ਸਭ ਵਿਸਾਰਨਾ। ਕਾਰੋ ਕਰੇ ਤੇਰਾ ਜਗਤ ਵਾਰਨਾ। ਸਮਰਥ ਸੁਆਮੀ ਸੋਖ ਮਨੋ ਵਿਸਾਰੇ। ਨਾਨਕ ਮਨ ਮੇਰੇ ਅਗਾਰੋ ਵਰਨਾਲੇ। ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰਹਿ। ਜੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਿਸਾਵੇ। ਜੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਸਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਚਾ। ਮੇਰਾ ਆਧਾਰੋ ਦਾਸ ਨਾਮ ਆਧਾਰ ਮੇਰਾ ਜਨ ਭੁਖਾ ਸੁਖ ਮਨ ਆਈ ਵਸਿਆ ਜਿਨੀ ਇੱਛਾ ਸਭ ਜਾਈਆਂ। ਕੁਰਬਾਨ ਕੀਤਾ ਗੁਰ ਤੋਂ ਜਿਨੇ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਬੰਜ ਗਵਤ ਕਾਰ ਸੁਭਾਗਾ। ਅਰਜ ਭਾਗਾ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਕਾਲ ਕੰਟ ਕੁਮਾਰਿਆ। ਤੁਧ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਨਾਨਕ ਕਹਿ ਕੋ ਆਦਿਤ ਕਰਿਆ ਨਾਦ ਵਾਤੇ। ਨਾਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ। ਆਗਰੰਦ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ ਰਤ ਗੁਰੇ ਭਰਪੂਰੇ। ਦਰਨ ਲਾਗੇ ਬਾਜੇ ਅਨਹਦ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਇਸ ਰਾਜ ਰਾਈ ਰਾਇਆ ਕਿਲੇ ਸਗਲ ਜਗਤ। ਆਈਆਂ ਬੁਢਿਆਈਆਂ ਪਟ ਕਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਰ ਵਕਤ ਕਾਲ। ਨਾਨਕ ਦੇ ਮੁਖ ਉਜਲੇ ਕੀਤੀ ਜੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।